ਉੱਥੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਾਲਸਾ ਕਾਲਜ ਦੀ ਚੜ੍ਹਦੀ ਕਲਾ ਲਈ ਸਦਾ ਤਤਪਰ ਰਹਾਂਗੀ। ਮੈਨੇਜਮੈਂਟ ਜਾਂ ਸਾਡੀ ਪਹਿਲਾਂ ਸੰਸਥਾ ਨੇ ਇਸ ਖਾਲਸਾ ਕਾਲਜ ਵਾਸਤੇ ਅਨੇਕਾਂ ਹੀ ਘਾਟ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਜੀ, ਜੈਸੇ ਸਾਤ ਮੰਦਰ ਕੰਚਰ ਕੇ ਉਸਾਰ ਦੀਨੇ ਐਸਾ ਪੁਨ ਸਿੱਖ ਕੋ ਇੱਕ ਸ਼ਬਦ ਸਾਡਾ ਮਕਸਦ ਹੈ ਕਿ ਇਹ ਵੱਧ ਤੋਂ ਵੱਧ ਵਿਦਿਆਰਥੀ ਵਰਗ ਨੂੰ ਇਸ ਮਹਾਨ ਇਤਿਹਾਸਕ ਖਾਲਸਾ ਕਾਲਜ ਦੇ ਨਾਲ ਅਸੀਂ ਜੋੜ ਸਕੀਏ। ਇਹ ਕਾਲਜਾਂ ਦੇ ਵਿੱਚ ਨਹੀਂ ਪੜ੍ਹ ਸਕਦੇ ਉਹਨਾਂ ਵਾਸਤੇ ਅਸੀਂ ਕੋਈ ਨਾ ਕੁਝ ਕਰ ਸਕੀਏ। ਸਾਡਾ ਇਹ ਬੜੀ ਖੁਸ਼ਨਸੀਬੀ ਹੋਵੇਗੀ, ਸਾਡਾ ਇਹ ਬੜੇ ਚੰਗੇ ਭਾਗ ਹੋਣਗੇ ਜੇ ਅਸੀਂ ਇਸ ਇਤਿਹਾਸਕ ਖਾਲਸਾ ਕਾਲਜ ਵਾਸਤੇ ਕੁਝ ਕਰ ਸਕੀਏ। ਵੀਰਾਂ ਦਾ ਬੱਚਾ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜੇ ਫਾਈਨੈਂਸ਼ਲੀ ਤੌਰ ਤੇ ਤਗੜੇ ਨੇ ਉਹਨਾਂ ਦਾ ਬੱਚਾ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਦੇਸ਼ਾਂ ਵਿਦੇਸ਼ਾਂ 'ਚ ਪੜ੍ਹ ਸਕਦਾ ਹੈ। ਪਰ ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਇੱਕ ਗਰੀਬ ਦਾ ਬੱਚਾ ਫੀਸ ਪੱਖੋਂ ਜਾਂ ਹੋਰ ਕਿਸੇ ਕਾਰਨ ਕਰਕੇ ਨਹੀਂ। ਮੈਨੇਜਮੈਂਟ ਦੇ ਨਾਲ ਗੱਲ ਕਰ ਚੁੱਕੇ ਹਾਂ, ਅਸੀਂ ਜਲਦੀ ਹੀ ਉੱਥੇ ਇੱਕ ਹੈਲਪ ਡੈਸਕ ਤਿਆਰ ਕਰ ਰਹੇ ਹਾਂ, ਜਿਹੜਾ ਕਿ ਸਟੂਡੈਂਟ ਵੈਲਫੇਅਰ ਸਾਡਾ ਸੈੱਲ ਹੋਵੇਗਾ, ਜਿਹਦੇ ਵਿੱਚ ਅਸੀਂ ਹਰ ਬੱਚੇ ਨੂੰ ਉਹਦੀ ਹੈਲਪ ਕਰਾਵਾਂਗੇ ਜਿਹੜਾ ਉੱਥੇ ਬੱਚਾ ਲੋੜਵੰਦ ਹੋਵੇਗਾ, ਔਰ ਉਹਦੇ ਵਾਸਤੇ ਅਸੀਂ ਪਲਾਨਿੰਗ ਕਰਾਂਗੇ ਕਿ ਉਹ ਬੱਚਾ ਉੱਥੋਂ ਉਹਦੀ ਹੈਲਪ ਕਰਕੇ ਤੇ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰ ਸਕੇ। ਦੂਜੀ ਪਲਾਨਿੰਗ ਸਾਡੀ ਇਹ ਹੈ ਕਿ ਅਸੀਂ ਜਿੰਨੇ ਵੀ ਸਾਡੇ ਦਿਹਾਤੀ ਜਾਂ ਸ਼ਹਿਰੀ ਸਕੂਲ ਨੇ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਵਿਜ਼ਿਟਸ ਇਸ ਖਾਲਸਾ ਕਾਲਜ ਦੇ ਵਿੱਚ ਕਰਾਵਾਂਗੇ, ਤਾਂ ਕਿ ਉਹ ਇੱਥੇ ਖਾਲਸਾ ਕਾਲਜ ਵਿੱਚ ਆਉਣ, ਇਹਦੀ ਇਤਿਹਾਸਿਕ ਇਮਾਰਤ ਵੇਖਣ, ਇਸ ਖਾਲਸਾ ਕਾਲਜ ਦੀ ਵਿਰਾਸਤ ਨੂੰ ਸਮਝਣ, ਇੱਥੋਂ ਦੀ ਸਟੱਡੀ ਨੂੰ ਵੇਖਣ, ਇੱਥੋਂ ਦੀ ਇਨਵਾਇਰਨਮੈਂਟ ਨੂੰ ਸਮਝਣ, ਔਰ ਉਹਨਾਂ ਦੇ ਮਨ ਦੇ ਵਿੱਚ ਇਸ ਖਾਲਸਾ ਕਾਲਜ ਨਾਲ ਜੁੜਨ ਵਾਸਤੇ ਚਾਹ ਪੈਦਾ ਹੋ ਸਕੇ। ਤੁਸੀਂ ਦੇਖ ਰਹੇ ਹੋ ਲੋਕ ਲਹਿਰ ਯੂਕੇ। ਮੈਂ ਨਿਸ਼ਾਨ ਸਿੰਘ ਅੱਜ ਤੁਹਾਡੇ ਨਾਲ ਸਿੱਖਾਂ ਦੀ ਉਸ ਸਰਮੌਰ ਸੰਸਥਾ ਦੇ ਨਾਲ ਉੱਥੋਂ ਦੇ ਪੁਰਾਣੇ ਰਹਿ ਚੁੱਕੇ ਪੜ੍ਹ ਚੁੱਕੇ ਸਟੂਡੈਂਟ ਦੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ। ਆਓ ਪਹਿਲਾਂ ਫਤਿਹ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜਿਸ ਸੰਸਥਾ ਤੋਂ ਬੜੇ ਪੁਰਾਣੇ ਵਿਦਿਆਰਥੀ, ਮਹਾਨ ਇਤਿਹਾਸਕਾਰ, ਸਾਹਿਤਕਾਰ, ਜਿਨ੍ਹਾਂ ਨੂੰ ਭਾਈ ਵੀਰ ਸਿੰਘ, ਡਾਕਟਰ ਗੰਡਾ ਸਿੰਘ, ਭਾਈ ਯੋਧ ਸਿੰਘ ਵਰਗੇ ਉੱਥੋਂ ਮਹਾਨ ਪੁਰਸ਼ ਪੜ੍ਹ ਕੇ ਵੱਡੀਆਂ ਵੱਡੀਆਂ ਬੁਲੰਦੀਆਂ ਜਿਨ੍ਹਾਂ ਨੇ ਛੂਹੀਆਂ, ਅਸੀਂ ਗੱਲ ਕਰਨ ਜਾ ਰਹੇ ਹਾਂ ਖਾਲਸਾ ਕਾਲਜ ਅੰਮ੍ਰਿਤਸਰ ਦੀ। ਔਰ ਸਾਡੇ ਨਾਲ ਭਾਈ ਡਾਕਟਰ ਸਰਬਜੀਤ ਸਿੰਘ ਜੀ ਹੁਸ਼ਿਆਰ ਨਗਰ ਪ੍ਰਧਾਨ ਲੰਗਰ ਚਲੇ ਗੁਰਸ਼ਬਦ ਸੰਸਥਾ ਦੇ ਨੇ, ਜੁੜੇ ਹੋਏ ਨੇ। ਆਓ ਇਹ ਜਿਹੜੇ ਨਵਾਂ ਖਾਲਸਾ ਕਾਲਜ ਦੀ ਗਵਰਨਿੰਗ ਕਮੇਟੀ ਦੇ ਬਣੇ ਹੋਏ ਮੈਂਬਰ ਨੇ, ਸੋ ਇਹਨਾਂ ਤੋਂ ਕੋਲੋਂ ਜਾਣਦੇ ਹਾਂ ਕਿ ਗਵਰਨਿੰਗ ਕਮੇਟੀ ਦੇ ਮੈਂਬਰ ਬਣ ਕੇ ਇਹਨਾਂ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ। ਮੈਂ ਸਭ ਤੋਂ ਪਹਿਲਾਂ ਉਸ ਗੁਰੂ ਸਾਹਿਬ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਦਾ ਬਚਨ ਹੈ, ਨਤੀਜੇ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਉਸ ਨਤੀਜੇ ਨੂੰ ਇੱਕ ਸੇਵਾ ਦਾ ਮਾਣ ਬਖਸ਼ਿਆ ਹੈ। ਮੈਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਔਰ ਉਸ ਤੋਂ ਉਪਰੰਤ ਮੈਂ ਉੱਥੋਂ ਦੇ ਗਵਰਨਿੰਗ ਕੌਂਸਲ ਦੇ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਅਤੇ ਸਾਡੇ ਸਤਿਕਾਰਯੋਗ ਹੀ ਆਨਰੇਰੀ ਸੈਕਟਰੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਇਹ ਸੇਵਾ ਦਾ ਮਾਣ ਬਖਸ਼ਿਆ ਹੈ। ਔਰ ਮੈਂ ਜਿੱਥੇ ਉਹਨਾਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਉੱਥੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਾਲਸਾ ਕਾਲਜ ਦੀ ਚੜ੍ਹਦੀ ਕਲਾ ਲਈ ਸਦਾ ਤਤਪਰ ਰਹਾਂਗਾ। ਜਿਵੇਂ ਸਾਡੀ ਮੈਨੇਜਮੈਂਟ ਜਾਂ ਸਾਡੀ ਪਹਿਲਾਂ ਸੰਸਥਾ ਨੇ ਇਸ ਖਾਲਸਾ ਕਾਲਜ ਵਾਸਤੇ ਅਨੇਕਾਂ ਹੀ ਕਾਰਜ ਕੀਤੇ ਨੇ। ਸੋ ਭਾਈ ਸਾਹਿਬ ਜੀ, ਡਾਕਟਰ ਸਰਬਜੀਤ ਸਿੰਘ ਜੀ ਖਾਲਸਾ ਕਾਲਜ ਦੇ ਸਟੂਡੈਂਟ ਰਹਿ ਚੁੱਕੇ ਨੇ। ਹੁਣ ਇਸ ਵਾਰ ਇਹਨਾਂ ਨੂੰ ਅਕਾਲ ਪੁਰਖ ਨੇ ਮੌਕਾ ਬਖਸ਼ਿਸ਼ ਕੀਤਾ ਹੈ ਜੀ ਤੁਹਾਨੂੰ, ਕਿ ਤੁਸੀਂ ਗਵਰਨਿੰਗ ਕੌਂਸਲ ਕਮੇਟੀ ਦੇ ਜਿਹੜੇ ਮੈਂਬਰ ਬਣ ਚੁੱਕੇ ਜੇ, ਔਰ ਤੁਸੀਂ ਜਿਹੜਾ ਹੈ ਆਪਣਾ ਏਮ ਜਾਂ ਮਨ ਦੇ ਵਿੱਚ ਖਾਲਸਾ ਕਾਲਜ ਪ੍ਰਤੀ ਕੀ ਸੋਚ ਲੈ ਕੇ ਚੱਲਦੇ ਜੇ, ਅੱਗੇ ਉਹਨਾਂ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੇ ਲਈ ਕੀ ਜਿਹੜਾ ਹੋਰ ਤੁਹਾਡੀ ਪਲੈਨਿੰਗ ਹੈ, ਉਸ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਜੀ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਜੀ, ਜੈਸੇ ਸਾਤ ਮੰਦਰ ਕੰਚਰ ਕੇ ਉਸਾਰ ਦੀਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਸੋ ਸਾਡਾ ਮਕਸਦ ਹੈ ਕਿ ਇਹ ਵੱਧ ਤੋਂ ਵੱਧ ਵਿਦਿਆਰਥੀ ਵਰਗ ਨੂੰ ਇਸ ਮਹਾਨ ਇਤਿਹਾਸਕ ਖਾਲਸਾ ਕਾਲਜ ਦੇ ਨਾਲ ਅਸੀਂ ਜੋੜ ਸਕੀਏ, ਔਰ ਜਿਹੜੇ ਬੱਚੇ ਕਾਲਜਾਂ ਦੇ ਵਿੱਚ ਨਹੀਂ ਪੜ੍ਹ ਸਕਦੇ ਉਹਨਾਂ ਵਾਸਤੇ ਅਸੀਂ ਕੋਈ ਨਾ ਕੁਝ ਕਰ ਸਕੀਏ। ਸਾਡਾ ਇਹ ਬੜੀ ਖੁਸ਼ਨਸੀਬੀ ਹੋਵੇਗੀ, ਸਾਡਾ ਇਹ ਬੜੇ ਚੰਗੇ ਭਾਗ ਹੋਣਗੇ ਜੇ ਅਸੀਂ ਇਸ ਇਤਿਹਾਸਕ ਖਾਲਸਾ ਕਾਲਜ ਵਾਸਤੇ ਕੁਝ ਕਰ ਸਕੀਏ। ਸੋ ਅਸੀਂ ਜੋ ਪਲਾਨਿੰਗ ਬਣਾਈ ਹੈ, ਕਿਉਂਕਿ ਅਮੀਰਾਂ ਦਾ ਬੱਚਾ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜੇ ਫਾਈਨੈਂਸ਼ਲੀ ਤੌਰ ਤੇ ਤਗੜੇ ਨੇ ਉਹਨਾਂ ਦਾ ਬੱਚਾ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਦੇਸ਼ਾਂ ਵਿਦੇਸ਼ਾਂ 'ਚ ਪੜ੍ਹ ਸਕਦਾ ਹੈ। ਪਰ ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਇੱਕ ਗਰੀਬ ਦਾ ਬੱਚਾ ਫੀਸ ਪੱਖੋਂ ਜਾਂ ਹੋਰ ਕਿਸੇ ਕਾਰਨ ਕਰਕੇ ਨਹੀਂ ਪੜ੍ਹ ਸਕਦਾ। ਅਸੀਂ ਮੈਨੇਜਮੈਂਟ ਦੇ ਨਾਲ ਗੱਲ ਕਰ ਚੁੱਕੇ ਹਾਂ, ਅਸੀਂ ਜਲਦੀ ਹੀ ਉੱਥੇ ਇੱਕ ਹੈਲਪ ਡੈਸਕ ਤਿਆਰ ਕਰ ਰਹੇ ਹਾਂ, ਜਿਹੜਾ ਕਿ ਸਟੂਡੈਂਟ ਵੈਲਫੇਅਰ ਸਾਡਾ ਸੈੱਲ ਹੋਵੇਗਾ, ਜਿਹਦੇ ਵਿੱਚ ਅਸੀਂ ਹਰ ਬੱਚੇ ਨੂੰ ਉਹਦੀ ਹੈਲਪ ਕਰਾਵਾਂਗੇ ਜਿਹੜਾ ਉੱਥੇ ਬੱਚਾ ਲੋੜਵੰਦ ਹੋਵੇਗਾ, ਔਰ ਉਹਦੇ ਵਾਸਤੇ ਅਸੀਂ ਪਲਾਨਿੰਗ ਕਰਾਂਗੇ ਕਿ ਉਹ ਬੱਚਾ
ਉੱਥੋਂ ਉਹਦੀ ਹੈਲਪ ਕਰਕੇ ਤੇ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰ ਸਕੇ। ਔਰ ਦੂਜੀ ਪਲਾਨਿੰਗ ਸਾਡੀ ਇਹ ਹੈ ਕਿ ਅਸੀਂ ਜਿੰਨੇ ਵੀ ਸਾਡੇ ਦਿਹਾਤੀ ਜਾਂ ਸ਼ਹਿਰੀ ਸਕੂਲ ਨੇ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਵਿਜ਼ਿਟਸ ਇਹ ਖਾਲਸਾ ਕਾਲਜ ਦੇ ਵਿੱਚ ਕਰਾਵਾਂਗੇ, ਤਾਂ ਕਿ ਉਹ ਇੱਥੇ ਖਾਲਸਾ ਕਾਲਜ ਵਿੱਚ ਆਉਣ, ਇਹਦੀ ਇਤਿਹਾਸਿਕ ਇਮਾਰਤ ਵੇਖਣ, ਇਸ ਖਾਲਸਾ ਕਾਲਜ ਦੀ ਵਿਰਾਸਤ ਨੂੰ ਸਮਝਣ, ਇੱਥੋਂ ਦੀ ਸਟੱਡੀ ਨੂੰ ਦੇਖਣ, ਇੱਥੋਂ ਦੀ ਇਨਵਾਇਰਨਮੈਂਟ ਨੂੰ ਸਮਝਣ, ਔਰ ਉਹਨਾਂ ਦੇ ਮਨ ਦੇ ਵਿੱਚ ਇਸ ਖਾਲਸਾ ਕਾਲਜ ਨਾਲ ਜੁੜਨ ਵਾਸਤੇ ਚਾਹ ਪੈਦਾ ਹੋ ਸਕੇ ਔਰ ਇੱਥੇ ਆਪਣਾ ਖਾਲਸਾ ਕਾਲਜ ਵਿੱਚ ਦਾਖਲਾ ਲੈਣ। ਇਹ ਸਾਡੇ 2 ਪ੍ਰੋਜੈਕਟ ਹੈ ਜਿਨ੍ਹਾਂ 'ਤੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਔਰ ਖਾਲਸਾ ਕਾਲਜ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਹਮੇਸ਼ਾ ਇਸੇ ਤਰ੍ਹਾਂ ਕਾਰਜ ਕਰਦੇ ਰਵਾਂਗੇ। ਸੋ ਜਿਸ ਤਰ੍ਹਾਂ ਡਾਕਟਰ ਸਾਹਿਬ ਜੀ ਨੇ ਸਾਡੇ ਨਾਲ ਗੱਲ ਕੀਤੀ ਹੈ, ਕਿਉਂਕਿ ਡਾਕਟਰ ਸਾਹਿਬ ਲੰਗਰ ਚਲੇ ਗੁਰਸ਼ਬਦ ਸੰਸਥਾ ਦੇ ਪ੍ਰਧਾਨ ਦੀ ਮੁੱਖ ਸੇਵਾ ਵੀ ਨਿਭਾ ਰਹੇ ਨੇ, ਔਰ ਖਾਲਸਾ ਗਲੋਬਲ ਰੀਚ USA ਵੱਲੋਂ ਵੀ ਜਿਹੜੀ ਹੈ ਇਹ ਸੇਵਾ ਪਿੰਡਾਂ ਥਾਵਾਂ 'ਤੇ ਕਰਦੇ ਨੇ। ਸੋ ਇਹ ਹੁਣ ਖਾਲਸਾ ਕਾਲਜ ਦੀ ਗਵਰਨਿੰਗ ਕਮੇਟੀ ਦੇ ਮੈਂਬਰ ਬਣ ਚੁੱਕੇ ਨੇ। ਸੋ ਇਹਨਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਭਵਿੱਖ ਦੇ ਲਈ ਕਿ ਜਿਹੜਾ ਵੀ ਸਟੂਡੈਂਟ ਜਾਂ ਕੋਈ ਲੋੜਵੰਦ ਜਿਹੜਾ ਬੱਚਾ ਹੁਸ਼ਿਆਰ ਆ, ਉਹਦੀ ਕਿਸ ਤਰ੍ਹਾਂ ਜਿਹੜੀ ਹੈ ਹੈਲਪ ਕਰ ਸਕਦੇ ਨੇ। ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਹਰ ਉਸ ਬੱਚੇ ਦੀ ਮਦਦ ਕਰਨਾ ਚਾਹਾਂਗੇ ਜਿਹੜਾ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਹੈ। ਉਹਦੇ ਵਾਸਤੇ ਅਸੀਂ ਇੱਕ ਫੰਡ ਰੇਜ਼ ਕਰਾਂਗੇ, ਜਿਹਦੇ ਵਿੱਚ ਅਸੀਂ ਖਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਜੋ ਕਿ ਸਾਰੇ ਦੁਨੀਆ 'ਤੇ ਫੈਲੇ ਹੋਏ ਆ, ਤੁਸੀਂ ਇਹ ਸੁਣ ਕੇ ਹੈਰਾਨ ਰਹੋਗੇ ਕਿ ਸੁਖ ਧਾਰੀਵਾਲ ਜੋ ਇਸ ਵਕਤ ਕੈਨੇਡਾ ਦੇ ਵਿੱਚ MP ਹੈ, ਇਸ ਤੋਂ ਇਲਾਵਾ ਹੋਰ ਵੀ ਕਈ ਇਹੋ ਜਿਹੇ ਸ਼ਖਸੀਅਤਾਂ ਹੈਗੀਆਂ ਨੇ ਜਿਹੜੇ ਕਿ ਇਸ ਖਾਲਸਾ ਕਾਲਜ ਤੋਂ ਪੜ੍ਹ ਕੇ ਗਏ ਨੇ। ਅਸੀਂ ਉਹਨਾਂ ਦੀ ਮਦਦ ਲਵਾਂਗੇ, ਅਸੀਂ ਹੋਰ ਵਿਦਵਾਨਾਂ ਦੀ ਮਦਦ ਲਵਾਂਗੇ ਜਿਹੜੇ ਇਸ ਕਾਲਜ ਨਾਲ ਪੜ੍ਹੇ ਹੋਏ ਨੇ, ਜਿਹੜੇ ਇਸ ਕਾਲਜ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਇਸ ਕਾਲਜ ਦੇ ਪ੍ਰਤੀ ਮਨ ਦੇ ਵਿੱਚ ਚਾਅ ਹੈ, ਦਰਦ ਹੈ। ਔਰ ਸਾਡੀ ਅਲੂਮਨੀ ਐਸੋਸੀਏਸ਼ਨ ਜੋ ਸਾਡੀ ਅੱਗੇ ਬਹੁਤ ਵਧੀਆ ਕੰਮ ਕਰ ਰਹੀ ਹੈ, ਸਾਡੇ ਦਵਿੰਦਰ ਸਿੰਘ ਛੀਨਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ, ਉਹ ਅਸੀਂ ਰਲ ਕੇ ਸਾਰੇ ਰਲ ਮਿਲ ਕੇ ਇੱਕ ਇਹੋ ਜਿਹਾ ਫੰਡ ਰੇਜ਼ ਕਰ ਲਵਾਂਗੇ, ਉਹ ਫੰਡ ਰੇਜ਼ ਕਰਕੇ ਅਸੀਂ ਉਹ ਬੱਚਿਆਂ ਦੀ ਹੈਲਪ ਕਰਾਂਗੇ। ਦੂਸਰਾ, ਮੈਂ ਇਹ ਆਪਣੇ ਆਪ ਨੂੰ ਬੜਾ ਖੁਸ਼ ਮਹਿਸੂਸ ਕਰਦਾ ਹੈ ਕਿ ਇਸ ਖਾਲਸਾ ਕਾਲਜ ਦੇ ਪਰਿਵਾਰ ਦਾ ਮੈਂ ਇੱਕ ਮੈਂਬਰ ਬਣਿਆ ਔਰ ਮੇਰੇ ਮਨ ਦੇ ਵਿੱਚ ਬੜਾ ਉਤਸ਼ਾਹ ਹੈ ਇਹਨਾਂ ਕਾਲਜ ਦੇ ਇਸ ਟੀਮ ਦੇ ਨਾਲ ਮੈਂ ਰਲ ਕੇ ਕੰਮ ਕਰ ਸਕਾਂ। ਔਰ ਮੈਂ ਉਸ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਵੀ ਕਰਦਾ ਚਾਹੁੰਦਾ ਹਾਂ ਕਿ ਇਸ ਖਾਲਸਾ ਕਾਲਜ ਦੀ ਸਮੁੱਚੇ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖਣ, ਹੋਰ ਪ੍ਰਮਾਤਮਾ ਬਲ ਬਖਸ਼ੇ ਤਾਂ ਕਿ ਅਸੀਂ ਖਾਲਸਾ ਕਾਲਜ ਦੀ ਚੜ੍ਹਦੀ ਕਲਾ ਵਾਸਤੇ ਹੋਰ ਕੰਮ ਕਰ ਸਕੀਏ। ਤੁਹਾਨੂੰ ਪਤਾ ਹੈ ਕਿ ਜਦੋਂ ਆਪਣੇ ਹਿਟਲਰ ਨੇ ਜਦੋਂ ਯਹੂਦੀਆਂ 'ਤੇ ਹਮਲੇ ਕੀਤੇ ਔਰ ਯਹੂਦੀਆਂ ਨੂੰ ਮਾਰ ਮੁਕਾਇਆ ਤਾਂ ਉਹ ਬੜੇ ਥੋੜ੍ਹੀ ਗਿਣਤੀ ਵਿੱਚ ਬਚ ਗਏ ਸੀ ਯਹੂਦੀ। ਤਾਂ ਉਹਨਾਂ ਨੇ ਫਿਰ ਸੋਚਿਆ ਵਿਚਾਰਿਆ ਕਿ ਅਸੀਂ ਆਪਣੀ ਕੌਮ ਨੂੰ ਬਚਾਉਣ ਵਾਸਤੇ ਕੀ ਕਰੀਏ। ਤਾਂ ਉਹਨਾਂ ਦੀ ਇਹੋ ਨਿਸ਼ਚੇ ਉਹਨਾਂ ਨੇ ਕੀਤਾ ਕਿ ਅਸੀਂ ਆਪਣੀ ਕੌਮ ਨੂੰ ਪੜ੍ਹਾ ਲਿਖਾ ਕੇ ਦੁਨੀਆ ਦੇ ਵੱਖਰੇ ਵੱਖਰੇ ਅਹੁਦਿਆਂ 'ਤੇ ਪਹੁੰਚਾਈਏ ਤਾਂ ਕਿ ਅਸੀਂ ਸਾਰੀ ਦੁਨੀਆ ਦੇ ਉੱਤੇ ਰਾਜ ਕਰ ਸਕੀਏ। ਅੱਜ ਯਹੂਦੀ ਹਰ ਵੱਡੇ ਅਹੁਦੇ 'ਤੇ ਪਹੁੰਚ ਚੁੱਕਾ ਹੈ ਔਰ ਸਾਡੇ ਮਨ ਦੇ ਵਿੱਚ ਵੀ ਇਹੋ ਭਾਵਨਾ ਹੈ। ਸਾਡਾ ਕੋਈ ਭਾਵੇਂ ਗਰੀਬ ਸਿੱਖ ਵੀਰ ਆ, ਭਾਵੇਂ ਅਮੀਰ ਸਿੱਖ ਵੀਰ ਹੈ, ਅਸੀਂ ਉਹਨਾਂ ਨੂੰ ਐਜੂਕੇਸ਼ਨ ਦੇਣੀ ਹੈ। ਸਾਡੇ ਜੋ ਪ੍ਰਬੰਧਕ ਨੇ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ USA ਦੇ, ਉਹਨਾਂ ਦੇ ਮਨ ਦੇ ਵਿੱਚ ਵੀ ਇਹੋ ਚਾਅ ਵਾ ਕਿ ਸਾਡਾ ਕੋਈ ਵੀ ਬੱਚਾ ਕਿ ਫਾਈਨੈਂਸ਼ਲੀ ਪੱਖੋਂ, ਫੀਸ ਪੱਖੋਂ ਜਾਂ ਕਿਸੇ ਹੋਰ ਕਾਰਨ ਕਰਕੇ ਇਸ ਪੜ੍ਹਾਈ ਤੋਂ ਵਾਂਝਾ ਨਾ ਰਵੇ। ਜਿਵੇਂ ਅਸੀਂ ਅੱਗੇ ਵੀ ਬਾਰਡਰ ਏਰੀਏ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਫੀਸਾਂ ਦੇ ਵਿੱਚ ਹੈਲਪ ਕਰ ਰਹੇ ਹਾਂ ਔਰ ਇਸ ਖਾਲਸਾ ਕਾਲਜ ਦੇ ਵਿੱਚ ਵੀ ਅਸੀਂ ਹੈਲਪ ਕਰ ਰਹੇ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਇੱਕ ਸਿਸਟਮੈਟਿਕਲੀ ਸਾਡਾ ਇੱਕ ਫਾਈਨੈਂਸ਼ਲੀ ਸਾਡਾ ਇੱਕ ਉੱਥੇ ਅਕਾਊਂਟ ਖੋਲ੍ਹਿਆ ਜਾਵੇ ਸਾਡਾ, ਜਿਹਦੇ ਵਿੱਚ ਅਸੀਂ ਸਾਰੇ ਹੀ ਸਹੀ ਤਰੀਕੇ ਨਾਲ ਉੱਥੇ ਅਸੀਂ ਉਹਨੂੰ ਅਪਲਾਈ ਕਰ ਸਕੀਏ ਔਰ ਹਰ ਬੱਚਾ ਲੋੜਵੰਦ ਬੱਚੇ ਤੱਕ ਉਹ ਜਿਹੜੀ ਮਦਦ ਜਿਹੜੀ ਅਸੀਂ ਕਰਨਾ ਚਾਹੁੰਦੇ ਹਾਂ ਉਹ ਪਹੁੰਚ ਸਕੇ। ਔਰ ਸਾਨੂੰ ਆਸ ਹੈ ਕਿ ਸਾਡੀ ਜਿਹੜੀ ਮੈਨੇਜਮੈਂਟ ਹੈ ਖਾਲਸਾ ਕਾਲਜ ਦੀ, ਗਵਰਨਿੰਗ ਕੌਂਸਲ ਹੈ, ਉੱਥੋਂ ਦੇ ਪ੍ਰਧਾਨ ਸਾਹਿਬ, ਸੈਕਟਰੀ ਸਾਹਿਬਾਨ, ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਮਿਹਨਤ ਕਰਨ ਦਾ ਚਾਅ ਹੈ, ਉਹ ਖਾਲਸਾ ਕਾਲਜ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਆ। ਅਸੀਂ ਆਸ ਹੈ ਕਿ ਸਾਡਾ ਇਸ ਪ੍ਰੋਜੈਕਟ ਦੇ ਵਿੱਚ ਸਾਡਾ ਪੂਰਨ ਸਾਥ ਦੇਣਗੇ ਔਰ ਅਸੀਂ ਵੱਧ ਚੜ੍ਹ ਕੇ ਇਸ ਖਾਲਸਾ ਕਾਲਜ ਵਾਸਤੇ ਕੁਝ ਨਾ ਕੁਝ ਕਰ ਸਕਾਂਗੇ। ਸੋ ਮੈਂ ਇੱਕ ਪ੍ਰਮਾਤਮਾ ਅੱਗੇ ਇਹੋ ਹੀ ਬੇਨਤੀ ਕਰਨਾ ਚਾਹਾਂ ਕਿ ਪ੍ਰਮਾਤਮਾ ਜੀ ਮਿਹਰ ਭਰਿਆ ਹੱਥ ਰੱਖਣ ਇਸ ਪਰਿਵਾਰ 'ਤੇ, ਸਾਰੇ ਸਾਡੇ ਮੈਂਬਰ ਸਾਹਿਬਾਨ ਚੜ੍ਹਦੀ ਕਲਾ ਵਿੱਚ ਕੰਮ ਕਰ ਸਕਣ। ਵੇਖੋ ਅੱਜ ਸਿੱਖਾਂ ਦੇ ਵਿੱਚ ਇਹ ਭਾਵਨਾ ਬੜੀ ਹੈ ਕਿ ਅਸੀਂ ਇੱਕ ਦੂਜੇ 'ਤੇ ਕਿੰਤੂ ਪਰੰਤੂ ਕਰਦੇ ਹਾਂ। ਮੈਂ ਇਹ ਚਾਹੁੰਦਾ ਕਿ ਸਾਨੂੰ ਇਸ ਭਾਵਨਾ ਨੂੰ ਛੱਡਦੇ ਹੋਏ, ਆਪਣਾ ਫਰਜ਼ ਸਮਝਦੇ ਹੋਏ, ਆਪਣੀ ਡਿਊਟੀ ਸਮਝਦੇ ਹੋਏ ਜੋ ਵੀ ਅਸੀਂ ਆਪਣੇ ਤੌਰ 'ਤੇ ਕੁਝ ਕਰਨਾ ਸਕਦੇ ਹਾਂ ਔਰ ਜ਼ਰੂਰ ਕਰੀਏ ਔਰ ਉਸ ਗੁਰੂ ਘਰੋਂ ਪ੍ਰਮਾਤਮਾ ਘਰੋਂ ਖੁਸ਼ੀ ਪ੍ਰਾਪਤ ਕਰੀਏ। ਮੇਰਾ ਇਹੋ ਹੀ ਇੱਕ ਮਨ ਦਾ ਚਾਅ ਵਾ। ਜਿਸ ਤਰ੍ਹਾਂ ਡਾਕਟਰ ਸਾਹਿਬ ਤੁਹਾਡੀਆਂ ਗੱਲਾਂ ਤੋਂ ਤੁਹਾਡੀ ਇਹ ਭਾਵਨਾ ਜ਼ਾਹਰ ਹੁੰਦੀ ਹੈ ਕਿ ਉਹ ਹਰੇਕ ਬੱਚਾ ਵਿੱਦਿਆ ਲੈ ਸਕੇ ਜਿਹੜਾ +2 ਤੋਂ ਬਾਅਦ ਖਾਲਸਾ ਕਾਲਜ ਦੀਆਂ ਪੌੜੀਆਂ ਜਿਹੜੀਆਂ ਅੰਦਰ ਗੇਟ ਲੰਘ ਨਹੀਂ ਪਾਉਂਦਾ, ਉਹ ਵੀ ਬੱਚਾ ਉੱਥੇ ਜਿਹੜਾ ਇਹ ਪੜ੍ਹਾਈ ਕਰ ਸਕੇ। ਔਰ ਇਹਦੇ ਲਈ ਤੁਸੀਂ ਸਿੱਖ ਜਗਤ ਨੂੰ ਜਾਂ ਤੁਹਾਡੇ ਨਾਲ ਜਾਂ ਪੜ੍ਹੇ ਹੋਏ ਪੁਰਾਣੇ ਇੱਥੋਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਤੁਸੀਂ ਉਹਨਾਂ ਨੂੰ ਅਖੀਰ ਸੁਨੇਹਾ ਕੀ ਦੇਣਾ ਚਾਹੋਗੇ?
ਮੈਂ ਅਖੀਰ 'ਚ ਇਹੋ ਸੰਦੇਸ਼ ਦੇਣਾ ਚਾਹਾਂਗਾ, ਦੇਖੋ ਅੱਜ ਸਾਡੇ ਵੱਡਿਆਂ ਨੇ ਮਿਹਨਤਾਂ ਕੀਤੀਆਂ ਸੀ ਤਾਂ ਇਹ ਖਾਲਸਾ ਕਾਲਜ ਸਾਨੂੰ ਵਿਰਾਸਤ ਵਿੱਚ ਮਿਲਿਆ। ਅੱਜ ਅਸੀਂ ਇੱਥੇ ਪੜ੍ਹ ਕੇ ਮਾਣ ਮਹਿਸੂਸ ਕਰ ਰਹੇ ਹਾਂ ਔਰ ਸਾਡਾ ਵੀ ਕੋਈ ਫਰਜ਼ ਬਣਦਾ ਹੈ ਕਿ ਆਉਣ ਵਾਲੀ ਪਨੀਰੀ ਦੇ ਵਿੱਚ ਅਸੀਂ ਵੀ ਕੁਝ ਕਰਕੇ ਜਾਈਏ। ਘੱਟੋ ਘੱਟ ਸਾਡੀ ਆਉਣ ਵਾਲੀ ਜਨਰੇਸ਼ਨ ਇਹ ਤਾਂ ਕਹਿ ਸਕੇ ਕਿ ਸਾਡੇ ਵੱਡਿਆਂ ਨੇ ਆਹ ਮਿਹਨਤਾਂ ਕੀਤੀਆਂ ਸੀ ਜਾਂ ਆਹ ਸਾਨੂੰ ਸਹੂਲਤਾਂ ਦਿੱਤੀਆਂ ਸੀ ਅਤੇ ਅਸੀਂ ਇੱਥੇ ਪਹੁੰਚ ਸਕੇ ਹਾਂ। ਮੈਂ ਨਾ ਜਿਹੜਾ ਵੀ ਇੱਥੇ ਸਾਡੇ ਇਸ ਖਾਲਸਾ ਕਾਲਜ ਨਾਲ ਜੁੜਿਆ ਹੋਇਆ ਵਾ ਵਿਦਿਆਰਥੀ ਹੈ ਪੁਰਾਣਾ ਜਾਂ ਇਸ ਨਾਲ ਕੋਈ ਪਿਆਰ ਮਨ ਦੇ ਵਿੱਚ ਰੱਖਦਾ ਹੈ, ਉਹਨਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਰਲ ਮਿਲ ਕੇ ਇੱਕ ਚੰਗਾ ਆਪਾਂ ਇਨਵਾਇਰਮੈਂਟ ਪੈਦਾ ਕਰੀਏ ਔਰ ਇੱਥੇ ਹਰ ਬੱਚੇ ਨੂੰ ਆਪਣੇ ਨੂੰ ਐਜੂਕੇਸ਼ਨ ਦਈਏ, ਕਿਉਂਕਿ ਸਭ ਤੋਂ ਵੱਡਾ ਦਾਨ ਹੀ ਮੇਰੇ ਹਿਸਾਬ ਨਾਲ, ਬੜੇ ਦਾਨ ਨੇ ਸਾਡੇ ਸਿੱਖ ਸਮਾਜ ਦੇ ਵਿੱਚ, ਪਰ ਐਜੂਕੇਸ਼ਨ ਦਾ ਦਾਨ ਬਹੁਤ ਹੀ ਵੱਡਾ ਹੈ। ਸੋ ਮੇਰੀ ਇਹੋ ਹੀ ਬੇਨਤੀ ਹੈ ਸਮੂਹ ਸਾਡੇ ਮੈਂਬਰ ਸਾਹਿਬਾਨ, ਗਵਰਨਿੰਗ ਕੌਂਸਲ ਦੇ ਮੈਂਬਰ ਸਾਹਿਬਾਨ ਔਰ ਸਾਡੇ ਸਿੱਖ ਵਿਦਵਾਨਾਂ ਨੂੰ ਔਰ ਸਾਡੇ ਪ੍ਰਚਾਰਕ ਵੀਰਾਂ ਨੂੰ, ਸਾਡੇ ਵਿਦੇਸ਼ੀ NRI ਵੀਰਾਂ ਨੂੰ, ਸਾਡੇ ਐਲੂਮਨੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ, ਜਿਨ੍ਹਾਂ ਕੋਲ ਸਮਰੱਥਾ ਹੈ, ਜਿਨ੍ਹਾਂ ਕੋਲ ਤਾਕਤ ਹੈ, ਉਹ ਕੁਝ ਕਰ ਸਕਦੇ ਆ। ਤਾਂ ਆਓ ਰਲ ਮਿਲ ਕੇ ਇੱਕ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਹੋਏ ਆਪਣੀ ਕੌਮ ਦੀ ਆਉਣ ਵਾਲੀ ਜਨਰੇਸ਼ਨ ਨੂੰ ਸਾਂਭ ਲਈਏ। ਤਾਂ ਹੀ ਤੁਹਾਨੂੰ ਪਤਾ ਹੀ ਹੈ ਕਿ ਜਿਸ ਕੌਮ ਦਾ ਨੌਜਵਾਨ ਸਾਂਭਿਆ ਜਾਵੇ, ਉਹ ਜਨਰੇਸ਼ਨ ਸਾਂਭੀ ਜਾਵੇ, ਉਹ ਕੌਮ ਦਾ ਭਵਿੱਖ ਬਹੁਤ ਉਜਵਲ ਹੁੰਦਾ ਹੈ। ਮੈਂ ਗੁਰਬਾਣੀ ਤੋਂ ਇਹੋ ਹੀ ਬੋਲਣਾ ਚਾਹੂੰਗਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰੇ ਗੁਣ ਅਵਗੁਣ ਨਾ ਵਿਚਾਰੋ ਕੋਏ। ਸੋ ਸੱਚੇ ਪਾਤਸ਼ਾਹ ਸਾਡੇ 'ਤੇ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣਾ। ਅਸੀਂ ਇੱਕ ਪਰਿਵਾਰਕ ਵਜੋਂ ਰਲ ਮਿਲ ਕੇ ਇਸ ਸਿੱਖੀ ਵਾਸਤੇ, ਆਪ ਚੜ੍ਹਦੀ ਕਲਾ ਵਾਸਤੇ ਕੰਮ ਕਰ ਸਕੀਏ। ਧੰਨਵਾਦ ਜੀ। ਇਹ ਸਨ ਡਾਕਟਰ ਸਰਬਜੀਤ ਸਿੰਘ ਜੀ ਹੁਸ਼ਿਆਰਨਗਰ, ਜਿਨ੍ਹਾਂ ਨੇ ਆਪਣੀਆਂ ਭਾਵਨਾਵਾਂ ਸਿੱਖ ਜਗਤ ਪ੍ਰਤੀ ਸਾਹਮਣੇ ਰੱਖੀਆਂ ਨੇ ਕਿ ਅਸੀਂ ਆਪਣੀ ਕੌਮ ਦੀ ਪਨੀਰੀ ਨੂੰ ਬਚਾਉਣ ਦੇ ਲਈ ਸਿੱਖ ਜਗਤ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਪ੍ਰਸਾਰ ਹੋਰ ਵਧੇਰੇ ਕਰ ਸਕੀਏ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਜਿਹੜੇ ਵੱਡੇ ਤੋਂ ਵੱਡੇ ਵਿਦਵਾਨ, ਸਾਇੰਟਿਸਟ, ਆਫਿਸਰ, ਡਾਕਟਰ, ਵਕੀਲ ਬਣ ਸਕਣ। ਸੋ ਉਹਨਾਂ ਦੀਆਂ ਭਾਵਨਾ ਇਹ ਕਿ ਹਰੇਕ ਵਰਗ ਦਾ ਬੱਚਾ ਜਿਹੜਾ ਹੈ ਉਹ ਉਚੇਰੀ ਵਿੱਦਿਆ ਜਿਹੜੀ ਹੈ ਉਹ ਪ੍ਰਾਪਤ ਕਰ ਸਕੇ। ਸੋ ਆਪ ਸਾਰਿਆਂ ਦਾ ਧੰਨਵਾਦ ਔਰ ਲੋਕ ਲਹਿਰ UK TV ਦਾ ਧੰਨਵਾਦ ਔਰ ਅਖੀਰ ਵਿੱਚ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।